ਕੋਲ ਹੈਗੇ SI ਸਿਸਟਮ ਦੀ SI ਸਿਸਟਮ ਦੇ ਅਕੋਰਡਿੰਗਲੀ ਕਿੰਨੀਆਂ ਫੰਡਾਮੈਂਟਲ ਕੁਆਂਟੀਟੀਜ਼ ਨੇ SI ਸਿਸਟਮ ਦੇ ਅਕੋਰਡਿੰਗਲੀ ਕਿੰਨੀਆਂ ਫੰਡਾਮੈਂਟਲ ਕੁਆਂਟੀਟੀਜ਼ ਨੇ सर 7 7 पहली की है लेंथ दूजी की है मास तीजी टाइम चौथी टेम्परेचर पंजवीं करंट छेवीं amount of matter, ल्यूमिनस इंटेंसिटी सतवीं amount of substance क्वांटिटी ऑफ मैटर लो भी हुण इन्हां दे यूनिट क्या ने लेंथ दे यूनिट क्या होंदे ने मीटर मीटर ਇਹਦੇ ਕਿਲੋਗ੍ਰਾਮ ਟਾਈਮ ਦੇ ਸੈਕਿੰਡ सेकंड सेकंड ਟੈਂਪਰੇਚਰ ਦੇ ਕੈਲਵਿਨ फahrenheit ਕਰੰਟ ਦੇ ਐਂਪੀਅਰ एम्पियर ल्यूमिनस इंटेंसिटी ਦੇ Ampere। ਕੈਂਡੇਲਾ ਕੁਆਂਟੀਟੀ ਆਫ ਮੈਟਰ ਦੇ ਮੋਲ mole, ਹੁਣ ਸਿੰਬਲ ਦੇਖੋ ਵੀ ਕਿਆ ਹੋਣਗੇ ਮੀਟਰ ਦਾ ਸਿੰਬਲ ਹੁੰਦਾ ਸਮਾਲ m ਮੀਟਰ ਦਾ ਸਿੰਬਲ ਸਮਾਲ m ਮਾਸ ਦਾ ਕਿਲੋਗ੍ਰਾਮ ਦਾ ਸਿੰਬਲ ਸਮਾਲ kg ਸੈਕਿੰਡ ਦਾ ਸਿੰਬਲ ਸਮਾਲ s ਕੈਲਵਿਨ ਦਾ ਸਿੰਬਲ ਹੁੰਦਾ ਕੈਪੀਟਲ K ਕਿਉਂਕਿ ਕੈਲਵਿਨ ਸਾਇੰਟਿਸਟ ਦਾ ਨੇਮ ਹੈ ਠੀਕ ਹੈ ਇਹਨੂੰ ਕੈਪੀਟਲ K ਦਿੰਦੇ ਆ ਸਿਮਿਲਰਲੀ ਐਂਪੀਅਰ ਵੀ ਸਾਇੰਟਿਸਟ ਦਾ ਨੇਮ ਹੈ ਤਾਂ A ਨਾਮ ਦੇਣਾ ਹੈ। ਕੈਂਡੇਲਾ ਦਾ ਹੁੰਦਾ ਸਿੰਬਲ ਸਮਾਲ c ਸਮਾਲ d ਮੋਲ ਦਾ MOL ਆ 7 ਬੇਸਿਕ ਫੰਡਾਮੈਂਟਲ ਕੁਆਂਟੀਟੀਜ਼ ਨੇ ਕਿਹੜੀਆਂ ਨੇ ਬੇਸਿਕ ਹੁਣ ਤੁਸੀਂ ਇੰਗਲਿਸ਼ 10 ਤੱਕ ਕਰੀ ਹੈ ਉਹਦੇ ਵਿੱਚ ਇੱਕ ਸਪਲੀਮੈਂਟਰੀ ਬੁੱਕ ਵੀ ਹੁੰਦੀ ਸੀਗੀ ਤਾਂ 2 ਸਪਲੀਮੈਂਟਰੀ ਕੁਆਂਟੀਟੀਜ਼ ਵੀ ਨੇ 2 ਸਪਲੀਮੈਂਟਰੀ ਕੁਆਂਟੀਟੀਜ਼ ਵੀ ਨੇ ਉਹ ਕਿਹੜੀਆਂ ਨੇ ਇੱਕ ਹੈਗੀ ਆ ਪਲੇਨ ਐਂਗਲ ਇੱਕ ਤਾਂ ਤੁਹਾਡੇ ਕੋਲ ਹੈਗੀ ਆ ਪਲੇਨ ਐਂਗਲ प्लेन एंगल ਦੂਸਰੀ ਤੁਹਾਡੇ ਕੋਲ ਹੈਗੀ ਹੈ ਸੋਲਿਡ ਐਂਗਲ सॉलिड एंगल ਸੈਕਿੰਡ ਤੁਹਾਡੇ ਕੋਲ ਹੈਗੀ ਹੈ ਸੋਲਿਡ ਐਂਗਲ सॉलिड एंगल ਪਲੇਨ ਐਂਗਲ ਦੇ ਯੂਨਿਟ ਹੁੰਦੇ ਆ ਤੁਹਾਡੇ ਕੋਲ ਰੇਡੀਅਨ ਪਲੇਨ ਐਂਗਲ ਦੇ ਯੂਨਿਟ ਹੁੰਦੇ ਆ ਰੇਡੀਅਨ रेडियन ਤੇ ਸੋਲਿਡ ਐਂਗਲ ਦੇ ਯੂਨਿਟ ਹੁੰਦੇ ਆ ਸਟਰੇਡੀਅਨ स्टेडियन ਸੋਲਿਡ ਐਂਗਲ ਦੇ ਯੂਨਿਟ ਹੁੰਦੇ ਆ ਸਟਰੇਡੀਅਨ ਤੇ ਰੇਡੀਅਨ ਨੂੰ ਤੁਸੀਂ ਲਿਖਦੇ ਹੋ RAD ਨਾਲ ਸਮਾਲ RAD ਸਿੰਬਲ ਹੈ ਇਹਦਾ ਰੇਡੀਅਨ ਦਾ ਠੀਕ ਹੈ ਤੇ ਸੋਲਿਡ ਐਂਗਲ ਦਾ ਸਿੰਬਲ ਹੁੰਦਾ ਹੈ SR ਆ ਦੇਖ ਲਓ ਵੀ 5-7 ਕਿਆ ਨੇ ਬੇਸਿਕ ਫੰਡਾਮੈਂਟਲ ਕੁਆਂਟੀਟੀਜ਼ 2 ਕਿਆ ਨੇ ਸਪਲੀਮੈਂਟਰੀ ਕੁਆਂਟੀਟੀਜ਼ 2 ਕਿਆ ਨੇ ਸਪਲੀਮੈਂਟਰੀ सप्लीमेंट्री ਕੁਆਂਟੀਟੀਜ਼ ਇੰਨਾ ਲੱਗ ਗਿਆ ਪਤਾ ਹੁਣ ਅੱਗੇ ਦੇਖਿਓ ਜਰਾ यस सर ਹੁਣ ਆਪਾਂ ਸਭ ਤੋਂ ਪਹਿਲਾਂ ਐਕਸਪਲੇਨ ਕਰਨਾ ਹੈ ਹੁਣ ਆਪਣੀ ਡੈਫੀਨੇਸ਼ਨ ਸਟਾਰਟ ਹੋਣੀਆਂ ਨੇ ਸਭ ਤੋਂ ਪਹਿਲਾਂ ਡੈਫੀਨੇਸ਼ਨ ਆਣੀ ਹੈ ਤੁਹਾਡੇ ਕੋਲ ਸਭ ਤੋਂ ਪਹਿਲੇ ਨੰਬਰ ਤੇ ਕਿਹੜਾ ਹੈ ਲੈਂਥ ਮਤਲਬ ਲੈਂਥ ਦਾ ਯੂਨਿਟ ਕਿਆ ਹੈ ਮੀਟਰ ਆਪਾਂ ਕਰਨਾ ਮੀਟਰ ਨੂੰ ਐਕਸਪਲੇਨ ਹੁਣ ਮੀਟਰ ਨੂੰ ਕਿਵੇਂ ਐਕਸਪਲੇਨ ਕੀਤਾ 1 ਮੀਟਰ ਨੂੰ ਸਾਇੰਟਿਸਟ ਨੇ ਉਹ ਕਹਿੰਦੇ ਇੱਕ ਪਲੈਟੀਨਮ ਇਰੇਡੀਅਮ ਸਿਲੰਡਰ ਲੈ ਲਓ ਕਿਹੜਾ ਸਿਲੰਡਰ ਪਲੈਟੀਨਮ प्लेटिनम रेडिएंट सिलेंडर ਪਲੈਟੀਨਮ ਇਰੇਡੀਅਮ ਸਿਲੰਡਰ ਲੈ ਲਓ ਠੀਕ ਹੈ ਜਿਹਦਾ ਡਾਇਆਮੀਟਰ ਯਾਦ ਰੱਖਣਾ ਕੰਡੀਸ਼ਨ ਦੱਸਣ ਲੱਗਿਆ ਜਿਹਦਾ ਡਾਇਆਮੀਟਰ ਕਿਆ ਹੋਵੇ ਇਹ ਕਿਲੋਗ੍ਰਾਮ ਦੀ ਡੈਫੀਨੇਸ਼ਨ ਹੈ ਸੌਰੀ ਪਹਿਲਾਂ ਕਿਲੋਗ੍ਰਾਮ ਦੀ ਕਰ ਲੈਂਦੇ ਹਾਂ ਪਲੈਟੀਨਮ ਇਰੇਡੀਅਮ ਸਿਲੰਡਰ ਲੈ ਲਿਆ ਜਿਹਦਾ ਡਾਇਆਮੀਟਰ ਸੇਮ ਹੋਵੇ ਉਹਦੀ ਹਾਈਟ ਨਾਲ ਜਿਹਦਾ ਡਾਇਆਮੀਟਰ ਸੇਮ ਹੋਵੇ ਉਹਦੀ ਹਾਈਟ ਨਾਲ हाइट ना ਜਿੰਨਾ ਉਹਦਾ ਮਾਸ ਹੋਊਗਾ ਉਹਨੂੰ ਕਹਾਂਗੇ 1 ਕਿਲੋਗ੍ਰਾਮ ਉਹਨੂੰ ਕੀ ਕਹਾਂਗੇ 1 ਕਿਲੋਗ੍ਰਾਮ 1 किलोग्राम ਠੀਕ ਹੈ ਡੈਫੀਨੇਸ਼ਨ ਕਿਵੇਂ ਐਕਸਪਲੇਨ ਕੀਤੀ ਕਹਿੰਦੇ ਇੱਕ ਪਲੈਟੀਨਮ ਇਰੇਡੀਅਮ ਸਿਲੰਡਰ ਲੈ ਲਓ ਕਿਆ ਲੈ ਲਓ ਪਲੈਟੀਨਮ ਇਰੇਡੀਅਮ ਸਿਲੰਡਰ ਲੈ ਲਓ ਠੀਕ ਹੈ ਜਿਹਦਾ ਡਾਇਆਮੀਟਰ ਕੀ ਹੋਵੇ ਸੇਮ ਹੋਵੇ ਐਜ਼ ਉਹਦੀ ਹਾਈਟ ਦੇ ਠੀਕ ਹੈ ਡਾਇਆਮੀਟਰ ਸੇਮ ਹੋਵੇ ਉਹਦੀ ਹਾਈਟ ਦੇ ਨਾਲ ਠੀਕ ਹੈ ਜਿੰਨਾ ਉਹਦਾ ਮਾਸ ਹੋਊਗਾ ਸਿਲੰਡਰ ਦਾ ਉਹਨੂੰ ਕੀ ਕਹੋਗੇ 1 ਕਿਲੋਗ੍ਰਾਮ ਕਹੋਗੇ ਕੀ ਕਹੋਗੇ 1 ਕਿਲੋਗ੍ਰਾਮ ਲੱਗ ਗਿਆ ਪਤਾ ਸਭ ਨੂੰ ਵਾਟ ਇਜ਼ 1 ਕਿਲੋਗ੍ਰਾਮ हाँ जी
ਚਲੋ ਵੀ ਯੈਸ ਸਰ ਹਾਂਜੀ ਅੱਗੇ ਆਪਣੇ ਕੋਲ ਡੈਫੀਨੇਸ਼ਨ ਆਉਂਦੀ ਹੈ 1 ਮੀਟਰ ਦੀ। ਹੁਣ 1 ਮੀਟਰ ਦੇਖੋ ਕਿਵੇਂ ਡਿਫਾਈਨ ਕਰਨਾ ਹੈ। ਕਹਿੰਦੇ ਡਿਸਟੈਂਸ 1 ਮੀਟਰ ਕਿਆ ਹੁੰਦਾ ਹੈ? ਡਿਸਟੈਂਸ ਟਰੈਵਲਡ ਬਾय ਲਾਈਟ, ਡਿਸਟੈਂਸ ਹਾਂਜੀ ਟਰੈਵਲਡ ਬਾय ਲਾਈਟ ਟਰੈਵਲਡ ਬਾय ਲਾਈਟ ਇਨ ਵੈਕਿਊਮ, ਇਨ ਵੈਕਿਊਮ। ਵੈਕਿਊਮ ਕਿਹਦਾ ਸਪੀਕਰ ਪਿੱਛੋਂ ਆਉਣਾ ਭਾਈ ਦਵਿੰਦਰ? ਡਿਸਟੈਂਸ ਟਰੈਵਲਡ ਬਾय ਲਾਈਟ ਇਨ ਵੈਕਿਊਮ ਪਤਾ ਕਿੰਨੇ ਟਾਈਮ ਚ? 1/292 1/299 9792458 ਮਤਲਬ ਇੰਨੇ ਸੈਕਿੰਡ ਦੇ ਵਿੱਚ। ਬਹੁਤ ਛੋਟਾ ਹੈ, 1 ਸੈਕਿੰਡ ਦਾ ਇੰਨਾ ਛੋਟਾ ਹਿੱਸਾ ਲੈਣਾ ਹੈ ਇੰਨੇ ਟਾਈਮ ਦੇ ਵਿੱਚ ਜਿੰਨਾ ਲਾਈਟ ਡਿਸਟੈਂਸ ਕਵਰ ਕਰਦੀ ਹੈ ਵੈਕਿਊਮ 'ਚ। ਇੰਨੇ ਸੈਕਿੰਡ ਦੇ ਵਿੱਚ ਜਿੰਨਾ ਲਾਈਟ ਡਿਸਟੈਂਸ ਕਵਰ ਕਰਦੀ ਹੈ ਵੈਕਿਊਮ 'ਚ, ਉਹਨੂੰ ਕਿਆ ਬੋਲਦੇ ਆ? 1 ਮੀਟਰ ਬੋਲਦੇ ਆ। ਉਹਨੂੰ ਕਿਆ ਬੋਲਦੇ ਆ ਆਪਾਂ? 1 ਮੀਟਰ। ਲੱਗ ਗਿਆ ਪਤਾ ਵਟ ਇਜ਼ 1 ਮੀਟਰ? ਯੈਸ ਸਰ ਹਾਂਜੀ ਸਰ ਨੈਕਸਟ ਆਪਣੇ ਕੋਲ ਡੈਫੀਨੇਸ਼ਨ Yes, ਆਉਂਦੀ ਹੈ 1 ਸੈਕਿੰਡ ਦੀ। ਕਿਹੜੀ ਡੈਫੀਨੇਸ਼ਨ? 1 ਸੈਕਿੰਡ। ਹੁਣ 1 ਸੈਕਿੰਡ ਦੀ ਡੈਫੀਨੇਸ਼ਨ ਸੁਣਿਓ ਕਿਆ ਹੁੰਦੀ ਹੈ। 1 ਸੈਕਿੰਡ। ਹੁਣ ਇੱਕ ਸੀਜ਼ੀਅਮ ਐਟਮ ਲੈ ਲਿਆ, ਕਹਿੰਦੇ ਸੀਜ਼ੀਅਮ ਐਟਮ। ਉਹਦੇ ਵਿੱਚ ਜਿਹੜਾ ਇਲੈਕਟ੍ਰੋਨ ਹੋਊਗਾ ਉਹ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਜਾਊਗਾ, ਇੱਕ ਸਟੇਟ ਤੋਂ ਦੂਜੀ ਸਟੇਟ ਤੇ ਜਾਊਗਾ, ਠੀਕ ਹੈ। ਤੇ ਜਦੋਂ ਇੱਕ ਸਟੇਟ ਤੇ ਦੂਜੀ ਸਟੇਟ ਤੇ ਜਾਊਗਾ ਤਾਂ ਵਾਈਬ੍ਰੇਸ਼ਨਸ ਪ੍ਰੋਡਿਊਸ ਹੋਣਗੀਆਂ। ਕੀ ਪ੍ਰੋਡਿਊਸ ਹੋਣਗੀਆਂ? ਵਾਈਬ੍ਰੇਸ਼ਨਸ। ਜਦੋਂ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਜਾਊਗਾ ਤਾਂ ਵਾਈਬ੍ਰੇਸ਼ਨਸ ਪ੍ਰੋਡਿਊਸ ਹੋਣਗੀਆਂ, ਠੀਕ ਹੈ। ਤੇ ਜੇ ਕਹਿੰਦੇ ਇੰਨੀਆਂ ਵਾਈਬ੍ਰੇਸ਼ਨਸ ਹੋ ਗਈਆਂ, ਇੰਨੀਆਂ ਵਾਈਬ੍ਰੇਸ਼ਨਸ ਹੋ ਗਈਆਂ, ਠੀਕ ਹੈ, ਜਿੰਨਾ ਇੰਨੀਆਂ ਵਾਈਬ੍ਰੇਸ਼ਨਸ ਹੋਣ ਨੂੰ ਟਾਈਮ ਲੱਗਿਆ ਉਹਨੂੰ 1 ਸੈਕਿੰਡ ਕਹਿੰਦੇ ਆ। ਉਹਨੂੰ ਕਿਆ ਕਹਿੰਦੇ ਆ? 1 ਸੈਕਿੰਡ। ਇੱਕ ਸੀਜ਼ੀਅਮ ਐਟਮ ਲੈ ਲਿਆ, ਉਹਦੇ ਵਿੱਚ ਇਲੈਕਟ੍ਰੋਨ ਇੱਕ ਸਟੇਟ ਤੋਂ ਦੂਜੀ ਸਟੇਟ ਤੇ ਜਾਊਗਾ। ਜਦੋਂ ਵੀ ਇਲੈਕਟ੍ਰੋਨ ਇਸ ਸਟੇਟ ਤੋਂ ਦੂਜੀ ਸਟੇਟ ਤੇ ਜਾਊਗਾ ਵਾਈਬ੍ਰੇਸ਼ਨ ਪ੍ਰੋਡਿਊਸ ਹੋਊਗੀ। ਕਹਿੰਦੇ ਜਿੰਨੇ ਟਾਈਮ ਦੇ ਵਿੱਚ ਇੰਨੀਆਂ ਵਾਈਬ੍ਰੇਸ਼ਨਸ ਪ੍ਰੋਡਿਊਸ ਹੋ ਗਈਆਂ ਉਹਨੂੰ ਕੀ ਕਹੋਗੇ? 1 ਸੈਕਿੰਡ ਕਹੋਗੇ। ਕੀ ਕਹੋਗੇ? 1 ਸੈਕਿੰਡ। 1 ਸੈਕਿੰਡ ਡੈਫੀਨੇਸ਼ਨ ਕਲੀਅਰ ਹੋ ਗਈ ਦਵਿੰਦਰ? ਗੁਰਨੂਰ? ਯੈਸ ਸਰ ਬਾਕੀ ਕਿੱਥੇ ਹੈ? ਉਰਵਸ਼ੀ, ਅੰਸ਼ਿਕਾ? यस सर हाँ जी सर हो गई ਚਲੋ ਵੀ ਹੁਣ 1 ਸੈਕਿੰਡ ਤੋਂ ਬਾਅਦ ਡੈਫੀਨੇਸ਼ਨ ਆਉਂਦੀ ਹੈ 1 ਕੈਲਵਿਨ ਦੀ। ਕੈਲਵਿਨ ਕਿਹਦੇ ਯੂਨਿਟ ਸੀਗੇ? ਟੈਂਪਰੇਚਰ ਟੈਂਪਰੇਚਰ। ਸੁਣਾ ਹੁਣ ਧਿਆਨ ਨਾਲ 1 ਕੈਲਵਿਨ ਨੂੰ ਕਿਵੇਂ ਡਿਫਾਈਨ ਕਰਦੇ ਆ। ਕਹਿੰਦੇ ਜਿਸ ਟੈਂਪਰੇਚਰ ਤੇ ਤੁਹਾਨੂੰ ਵਾਟਰ ਦੀਆਂ ਤਿੰਨੋਂ ਸਟੇਟਸ ਮਿਲਦੀਆਂ ਨੇ। ਕੀ ਮਿਲਦੀਆਂ ਨੇ? ਵਾਟਰ ਦੀਆਂ ਤਿੰਨੋਂ ਸਟੇਟਸ। ਜਿਸ ਟੈਂਪਰੇਚਰ ਤੇ ਤੁਹਾਨੂੰ ਵਾਟਰ ਦੀਆਂ 3 ਸਟੇਟਸ ਕਿਹੜੀਆਂ ਕਿਹੜੀਆਂ 3 ਸਟੇਟਸ ਹੁੰਦੀਆਂ ਦੱਸਿਓ ਜਰਾ। ਵਾਟਰ ਦੀਆਂ 3 सॉलिड लिक्विड गैस ਸੋਲਿਡ, ਲਿਕੁਇਡ, ਗੈਸ। ਉਹ ਟੈਂਪਰੇਚਰ ਉਸ ਜਿਸ ਪੁਆਇੰਟ ਤੇ ਤੁਹਾਨੂੰ ਵਾਟਰ ਦੀਆਂ ਤਿੰਨੋਂ ਸਟੇਟਸ ਮਿਲਦੀਆਂ ਨੇ ਨਾ, ਉਹ ਪੁਆਇੰਟ ਨੂੰ ਆਪਾਂ ਬੋਲਦੇ ਹਾਂ ਟ੍ਰਿਪਲ ਪੁਆਇੰਟ ਆਫ ਵਾਟਰ। ਕਿਆ ਬੋਲਦੇ ਹਾਂ? ਟ੍ਰਿਪਲ ਪੁਆਇੰਟ ਆਫ ਵਾਟਰ। ਜੇ ਤੁਹਾਨੂੰ ਕਦੇ ਪੇਪਰ 'ਚ ਕੁਐਸਚਨ ਆ ਗਿਆ, ਬੇਸ ਫਿਜ਼ਿਕਸ 'ਚ ਵੀ ਆ ਸਕਦਾ, ਕੈਮਿਸਟਰੀ 'ਚ ਵੀ ਆ ਸਕਦਾ ਹੈ ਵੀ ਟ੍ਰਿਪਲ ਪੁਆਇੰਟ ਆਫ ਵਾਟਰ ਕਿਆ ਹੁੰਦਾ ਹੈ, ਤਾਂ ਕੀ ਦੱਸੋਗੇ? ਟ੍ਰਿਪਲ ਪੁਆਇੰਟ ਆਫ ਵਾਟਰ ਕਿਆ ਹੁੰਦਾ ਹੈ? ट्रिपल पॉइंट ऑफ वाटर क्या होता है? सर जितने वाटर दी तीनों स्टेट जिस पॉइंट ते ਤੁਹਾਨੂੰ ਵਾਟਰ ਦੀਆਂ ਤਿੰਨੋਂ ਸਟੇਟ ਮਿਲ ਜਾਣ, ਸੋਲਿਡ ਵੀ ਮਿਲ ਜਾਵੇ, ਉੱਥੇ ਲਿਕੁਇਡ ਵੀ ਮਿਲ ਜਾਣ ਤੇ ਗੈਸ ਵੀ ਮਿਲ ਜਾਵੇ, ਉਹ ਪੁਆਇੰਟ ਕੀ ਹੋਊਗਾ? ਟ੍ਰਿਪਲ ਪੁਆਇੰਟ ਆਫ ਵਾਟਰ। ਹੁਣ ਆਪਾਂ ਐਕਸਪਲੇਨ ਕਰ ਰਹੇ ਸੀ ਕੈਲਵਿਨ ਨੂੰ। ਹੁਣ ਸੁਣੋ ਧਿਆਨ ਨਾਲ ਵੀ ਕੈਲਵਿਨ ਕਿਆ ਹੁੰਦਾ ਹੈ। ਕਹਿੰਦੇ ਜਿਸ ਟੈਂਪਰੇਚਰ ਤੇ ਤੁਹਾਨੂੰ ਵਾਟਰ ਦੀਆਂ ਤਿੰਨੋਂ ਸਟੇਟਸ ਮਿਲਦੀਆਂ ਨੇ ਨਾ, ਉਹ ਟੈਂਪਰੇਚਰ ਨੂੰ ਡਿਵਾਈਡ ਕਰ ਦਿਓ 273.14 ਨਾਲ। ਉਸ ਟੈਂਪਰੇਚਰ ਨੂੰ ਡਿਵਾਈਡ ਕਰ ਦਿਓ 273.14 ਨਾਲ, ਉਹਨੂੰ ਕਹਾਂਗੇ 1 ਕੈਲਵਿਨ। ਸਮਝ ਲੱਗ ਗਈ ਡੈਫੀਨੇਸ਼ਨ ਦਵਿੰਦਰ? ਯੈਸ ਸਰ ਕੀ ਹੁੰਦੀ ਸੀ ਦੱਸੋ ਜਲਦੀ। ਵਟ ਇਜ਼ 1 ਕੈਲਵਿਨ? ਪੰਜਾਬੀ ਸਮਝਾ ਦਿਓ ਕੀ ਹੁੰਦੀ ਸੀ ਡੈਫੀਨੇਸ਼ਨ ਇਹਦੀ। ਸਰ ਜਿੱਥੇ ਵਾਟਰ ਦੀਆਂ ਤਿੰਨੋਂ ਸਟੇਟ ਆ ਕੇ ਮਿਲਦੀਆਂ ਨੇ, ਹਾਂ ਉੱਥੇ ਟ੍ਰਿਪਲ ਪੁਆਇੰਟ ਆਫ ਵਾਟਰ ਬਣਦਾ। ਹਾਂ। ਉਹ ਟੈਂਪਰੇਚਰ 273.14 ਨਾਲ ਡਿਵਾਈਡ ਕਰਕੇ ਮਿਲਦੀ ਹੈ ਆਪਾਂ ਨੂੰ 1 ਕੈਲਵਿਨ। ਠੀਕ ਹੈ, ਸਮਝ ਲੱਗ ਗਿਆ ਚੀਜ਼? ਸਭ ਨੂੰ ਲੱਗ ਗਿਆ ਪਤਾ? ਵਟ हाँ जी सर ਚਲੋ ਵੀ ਨੈਕਸਟ ਆਪਣੇ ਕੋਲ ਡੈਫੀਨੇਸ਼ਨ ਆਂਦੀ ਹੈ 1 ਐਂਪੀਅਰ ਦੀ। ਸੁਣਿਆ ਹੁਣ 1 ਐਂਪੀਅਰ ਦੀ ਡੈਫੀਨੇਸ਼ਨ। ਐਂਪੀਅਰ ਕਿਹਦੇ ਯੂਨਿਟ ਸੀਗੇ? Current। ਕਰੰਟ ਦੇ।
ਧਿਆਨ ਨਾਲ ਦੇਖਿਓ, ਇਹ ਡੈਫੀਨੇਸ਼ਨ ਬੁੱਕ 'ਚ ਵੀ ਹੈਗੀ ਨਾ, ਮੈਂ ਤੁਹਾਨੂੰ ਸਮਝਾ ਰਿਹਾ, ਉੱਥੋਂ ਨੋਟ ਕਰ ਸਕਦੇ ਹੋ ਤੁਸੀਂ, ਨੋਟਸ 'ਚ ਉੱਥੋਂ ਦੇਖ ਲਿਓ। ਆ ਦੋ ਕੰਡਕਟਰ ਲੈ ਲਏ ਤੁਸੀਂ, ਕਿਆ ਲਿਆ? ਦੋਨੋਂ ਕੰਡਕਟਰ। ਕੰਡਕਟਰ ਕਿਆ ਹੁੰਦੇ? ਜਿਨ੍ਹਾਂ 'ਚੋਂ ਕਰੰਟ ਪਾਸ ਕਰ ਜਾਂਦਾ। ਇਹਨਾਂ ਵਿੱਚ ਮੰਨ ਲਓ ਵੀ ਕਰੰਟ ਪਾਸ ਕਰ ਰਿਹਾ, ਦੋਨਾਂ 'ਚੋਂ ਕਰੰਟ ਪਾਸ ਕਰ ਰਹੇ ਹੈ। ਆ ਦੋ ਕੰਡਕਟਰ ਲੈ ਲਏ, ਇਹ ਦੋਨਾਂ ਦੇ ਵਿੱਚੋਂ ਕਰੰਟ ਪਾਸ ਕਰ ਰਿਹਾ ਹੈ, ਠੀਕ ਹੈ। ਕਹਿੰਦੇ ਦੋਨਾਂ 'ਚ ਡਿਸਟੈਂਸ ਹੈਗਾ 1 ਮੀਟਰ ਦਾ। ਡਿਸਟੈਂਸ ਕਿੰਨਾ ਦੋਨਾਂ 'ਚ? 1 ਮੀਟਰ। ਦੋਨਾਂ 'ਚ ਡਿਸਟੈਂਸ ਹੈਗਾ 1 ਮੀਟਰ ਤੇ ਦੋਨੋਂ ਹੀ ਪਏ ਨੇ ਵੈਕਿਊਮ ਦੇ ਵਿੱਚ। ਦੋਨੋਂ ਹੀ ਕਿਹਦੇ ਵਿੱਚ ਪਏ ਨੇ? ਵੈਕਿਊਮ ਦੇ ਵਿੱਚ ਪਏ ਨੇ। ਕਿਹ 'ਚ ਪਏ ਨੇ? ਵੈਕਿਊਮ 'ਚ। ਦੋ ਕੰਡਕਟਰ ਲੈ ਲੇ, ਦੋਨਾਂ ਦਾ ਡਿਸਟੈਂਸ ਕਿੰਨਾ ਹੈ? 1 ਮੀਟਰ ਡਿਸਟੈਂਸ ਹੈ। ਦੋਨਾਂ ਦਾ ਡਿਸਟੈਂਸ ਕਿੰਨਾ ਹੈ? 1 ਮੀਟਰ, ਠੀਕ ਹੈ। ਦੋਨਾਂ 'ਚੋਂ ਕਰੰਟ ਪਾਸ ਕਰ ਰਿਹਾ ਹੈ, ਦੋਨੋਂ ਕਿਹ 'ਚ ਪਏ ਨੇ? ਵੈਕਿਊਮ 'ਚ। ਤੇ ਕਹਿੰਦੇ ਜਦੋਂ ਆ ਦੋਨੋਂ ਇੱਕ ਦੂਜੇ ਦੇ ਵਿੱਚ ਤੇ ਇੰਨੀ ਫੋਰਸ ਲਗਾਉਣਗੇ, ਜਦ ਦੋਨੋਂ ਇੱਕ ਦੂਜੇ ਤੇ ਕਿੰਨੀ ਫੋਰਸ ਲਗਾਉਣਗੇ? 2 × 10⁻⁷ ਨਿਊਟਨ ਪਰ ਮੀਟਰ। 2 × 10⁻⁷ ਨਿਊਟਨ ਪਰ ਮੀਟਰ। ਦੋਨੋਂ ਇੱਕ ਦੂਜੇ ਦੇ ਉੱਤੇ ਇੰਨੀ ਫੋਰਸ ਲਗਾਉਣਗੇ ਤਾਂ ਇਟ ਮੀਨਸ ਜਿਹੜਾ ਇਹਨਾਂ 'ਚੋਂ ਕਰੰਟ ਪਾਸ ਕਰ ਰਿਹਾ ਸੀ ਉਹ 1 ਐਂਪੀਅਰ ਸੀਗਾ। ਇਟ ਮੀਨਸ ਜਿਹੜਾ ਦੋਨਾਂ 'ਚੋਂ ਕਰੰਟ ਪਾਸ ਕਰ ਰਿਹਾ ਸੀ ਉਹ ਕਿਆ ਸੀਗਾ? 1 ਐਂਪੀਅਰ। ਡੈਫੀਨੇਸ਼ਨ ਕਲੀਅਰ ਹੋ ਗਈ। ਦੋ ਕੰਡਕਟਰ ਲੈ ਲੇ, ਦੋਨਾਂ ਦਾ ਡਿਸਟੈਂਸ ਕਿੰਨਾ ਹੈ? 1 ਮੀਟਰ। ਦੋਨੋਂ ਕਿੱਚ ਪਏ ਨੇ? ਵੈਕਿਊਮ 'ਚ। ਕਹਿੰਦੇ ਦੋਨੋਂ ਇੱਕ ਦੂਜੇ ਦੇ ਉੱਤੇ ਜੇ ਇੰਨੀ ਫੋਰਸ ਲਗਾਉਣ 2 × 10⁻⁷ ਨਿਊਟਨ ਪਰ ਮੀਟਰ, ਜੇ ਇੰਨੀ ਫੋਰਸ ਲਗਾਉਣ ਇਟ ਮੀਨਸ ਜਿਹੜਾ ਕਰੰਟ ਪਾਸ ਕਰਿਆ ਸੀ ਉਹ 1 ਐਂਪੀਅਰ ਸੀਗਾ। ਇਟ ਮੀਨਸ ਜਿਹੜਾ ਕਰੰਟ ਪਾਸ ਕੀਤਾ ਸੀ ਉਹ ਕਿਆ ਸੀਗਾ? 1 ਐਂਪੀਅਰ। ਲੱਗ ਗਿਆ ਪਤਾ? यस सर। ਚਲੋ ਵੀ ਅੰਸ਼ਿਕਾ ਦੱਸ ਮੈਨੂੰ 1 ਐਂਪੀਅਰ ਕਿਆ ਇੱਕ ਹੁੰਦਾ? ਵਾਰੀ ਦੁਬਾਰਾ, ਮੇਰਾ ਨੈਟ ਪ੍ਰੋਬਲਮ ਹੋ ਗਈ ਸੀ। ਜੇ ਦੋ ਕੰਡਕਟਰ ਨੇ, ਦੋਨਾਂ 'ਚੋਂ ਕਰੰਟ ਪਾਸ ਕਰ ਰਿਹਾ ਹੈ, ਦੋਨਾਂ ਦਾ ਡਿਸਟੈਂਸ ਹੈਗਾ 1 ਮੀਟਰ, ਦੋਨੋਂ ਪਏ ਨੇ ਵੈਕਿਊਮ 'ਚ। ਦੋਨੋਂ ਕਿਹ 'ਚ ਪਏ ਨੇ? ਵੈਕਿਊਮ 'ਚ। ਤੇ ਦੋਨਾਂ 'ਚ ਕਰੰਟ ਪਾਸ ਕਰ ਰਿਹਾ, ਦੋਨਾਂ ਦਾ ਡਿਸਟੈਂਸ 1 ਮੀਟਰ ਹੈ, ਵੈਕਿਊਮ 'ਚ ਪਏ ਨੇ। ਕਹਿੰਦੇ ਜੇ ਦੋਨੋਂ ਇੱਕ ਦੂਜੇ ਦੇ ਉੱਤੇ ਇੰਨੀ ਫੋਰਸ ਲਗਾਉਣ 2 × 10⁻⁷ ਨਿਊਟਨ ਪਰ ਮੀਟਰ, ਇੰਨੀ ਫੋਰਸ ਲਗਾਉਣ ਤਾਂ ਇਟ ਮੀਨਸ ਜਿਹੜਾ ਕਰੰਟ ਪਾਸ ਕਰਿਆ ਸੀ ਉਹ 1 ਐਂਪੀਅਰ ਸੀਗਾ। ਇਟ ਮੀਨਸ ਜਿਹੜਾ ਕਰੰਟ ਪਾਸ ਕਰਿਆ ਸੀ ਉਹ 1 ਐਂਪੀਅਰ ਸੀਗਾ। ਅੰਸ਼ਿਕਾ ਤੈਨੂੰ ਡੈਫੀਨੇਸ਼ਨ ਪਤਾ ਲੱਗ ਗਈ? ਉਰਵਸ਼ੀ? ਹਾਂਜੀ ਸਰ। ਚਲੋ ਵੀ ਹੁਣ ਅੱਗੇ ਡੈਫੀਨੇਸ਼ਨ ਆਪਣੇ ਕੋਲ ਕਿੰਨੀਆਂ ਕੁਆਂਟੀਟੀਜ਼ ਦੀ ਹੋਗੀ? ਮੀਟਰ ਦੀ ਹੋਗੀ, ਕੈਲਵਿਨ ਦੀ ਹੋਗੀ, ਕਿਲੋਗ੍ਰਾਮ ਦੀ, ਕਿਲੋਗ੍ਰਾਮ ਦੀ ਵੀ ਹੋਗੀ, ਸੈਕਿੰਡ ਦੀ ਵੀ ਹੋਗੀ, ਹੋਰ ਕਿਹਦੀ ਹੋਗੀ? ਐਂਪੀਅਰ ਦੀ ਹੋਗੀ। ਐਂਪੀਅਰ ਦੀ ਹੋ ਗਈ। ਹੁਣ ਆ ਜਾਓ ਵੀ ਮੋਲ ਦੀ ਕਰ ਲਈਏ। ਸੁਣੋ ਹੁਣ ਧਿਆਨ ਨਾਲ, ਮੋਲ ਨੂੰ ਕਿਵੇਂ ਐਕਸਪਲੇਨ ਕਰਦੇ ਆ। ਵੈਸੇ ਮੋਲ ਕਿਹਦੇ ਯੂਨਿਟ ਹੁੰਦੇ ਆ? ਕੁਆਂਟੀਟੀ ਆਫ ਮੈਟਰ ਦੇ, ਠੀਕ ਹੈ, ਮੈਟਰ ਤੇ। ਠੀਕ ਹੈ। ਹੁਣ ਸੁਣੋ ਧਿਆਨ ਨਾਲ, ਕਹਿੰਦੇ 12 ਗ੍ਰਾਮ ਲੈ ਲਓ ਕਾਰਬਨ 12 ਦਾ। ਕਾਰਬਨ 12 ਐਟਮ ਦਾ 12 ਗ੍ਰਾਮ ਲੈ ਲਓ। ਕਿੰਨੇ ਲੈ ਲਓ? 12 ਗ੍ਰਾਮ, 12 ਗ੍ਰਾਮ। ਠੀਕ ਹੈ। ਜਿੰਨੇ ਇਹਦੇ ਵਿੱਚ ਐਲੀਮੈਂਟਰੀ ਪਾਰਟੀਕਲ ਹੋਣਗੇ, ਪਹਿਲਾਂ ਵੀ ਦੱਸਿਆ ਸੀ ਨਾ ਮੈਨੇ ਦਵਿੰਦਰ, ਐਲੀਮੈਂਟਰੀ ਪਾਰਟੀਕਲਸ। यस सर। 12 ਗ੍ਰਾਮ ਕਾਰਬਨ ਐਟਮ ਦੇ ਵਿੱਚ ਜਿੰਨੇ ਐਲੀਮੈਂਟਰੀ ਪਾਰਟੀਕਲ ਹੋਣਗੇ ਉਹਨੂੰ ਕੀ ਕਹਾਂਗੇ? 1 ਮੋਲ। ਮੋਲਸ, 1 ਮੋਲ। ਡੈਫੀਨੇਸ਼ਨ ਕਲੀਅਰ ਹੋ ਗਈ? यस ਹਾਂਜੀ। सर। 12 ਗ੍ਰਾਮ ਕਾਰਬਨ 12 ਐਟਮ 'ਚ ਜਿੰਨੇ ਐਲੀਮੈਂਟਰੀ ਪਾਰਟੀਕਲ ਹੋਣਗੇ ਉਹਨੂੰ 1 ਮੋਲ ਕਹਿੰਦੇ ਆ ਤੇ ਇਹਦੀ ਵੈਲਿਊ ਫਿਕਸ ਹੁੰਦੀ ਹੈ। 1 ਮੋਲ = 6.023। ਆ ਕੈਮਿਸਟਰੀ 'ਚ ਵੀ ਕਰਦੇ ਹੋਣੇ ਐਵੋਗੈਡਰੋ ਨੰਬਰ। ਇਹਨੂੰ ਐਵੋਗੈਡਰੋ ਨੰਬਰ ਬੋਲਦੇ ਆ। ਕਿਆ ਬੋਲਦੇ ਆ ਇਹਨੂੰ? ਐਵੋਗੈਡਰੋ ਨੰਬਰ, ਐਵੋਗੈਡਰੋ ਨੰਬਰ। ਠੀਕ ਹੈ। ਚਲੋ ਵੀ ਮੈਨੂੰ ਦੱਸੋ ਵੀ ਕੀ ਸੀ ਡੈਫੀਨੇਸ਼ਨ 1 ਮੋਲ ਦੀ? 12 ਗ੍ਰਾਮ ਕਾਰਬਨ 12 ਦੇ ਜਿਹੜੇ ਜਿੰਨੇ ਉਹਦੇ ਵਿੱਚ ਐਲੀਮੈਂਟਰੀ ਪਾਰਟੀਕਲਸ ਹੋਣਗੇ ਉਹਨਾਂ 1 ਮੋਲ ਹੋਊਗਾ। ਉਹਨਾਂ 1 ਮੋਲ ਹੋਊਗਾ। ਚਲੋ ਵੀ ਅੱਜ ਦੀ ਲਾਸਟ ਡੈਫੀਨੇਸ਼ਨ ਆਪਾਂ ਕਰ ਲੈਂਦੇ ਹਾਂ। ਕਿਹਦੀ ਰਹਿ ਗਈ? ਕੈਂਡੇਲਾ ਦੀ। ਕਿਹਦੀ ਰਹਿ ਗਈ? ਕੈਂਡੇਲਾ ਦੀ। ਕੈਂਡੇਲਾ ਕਿਹਦੇ ਯੂਨਿਟ ਸੀਗੇ? ल्यूमिनस इंटेंसिटी। ਲਿਊਮੀਨਸ ਇੰਟੈਂਸਿਟੀ ਦੇ ਯੂਨਿਟ ਸੀਗੇ। ਸੁਣੋ ਕੈਂਡੇਲਾ ਨੂੰ ਕਿਵੇਂ ਡਿਫਾਈਨ ਕੀਤਾ। ਕਹਿੰਦੇ ਕੋਈ ਵੀ ਪਰਫੈਕਟ ਬਲੈਕ ਬੋਡੀ ਲੈ ਲਓ। ਕੀ ਲੈ ਲਓ? ਪਰਫੈਕਟ ਬਲੈਕ ਬੋਡੀ, ਠੀਕ ਹੈ। ਉਹਦਾ ਏਰੀਆ ਮੰਨ ਲਓ ਇੰਨਾ ਸੀਗਾ 1/60,000 ਮੀਟਰ ਸਕੁਅਰ। 1/60,000 ਮੀਟਰ ਸਕੁਅਰ। 60,000 ਮੀਟਰ ਸਕੁਅਰ। ਉਹਦਾ ਟੈਂਪਰੇਚਰ ਸੇਮ ਹੋਊਗਾ ਐਜ਼
ਮੈਲਟਿੰਗ ਪੁਆਇੰਟ ਆਫ ਪਲੈਟੀਨਮ, ਐਜ਼ ਮੈਲਟਿੰਗ ਪੁਆਇੰਟ ਆਫ ਪਲੈਟੀਨਮ, ਟੌਪ ਪਲੈਟੀਨਮ। ਠੀਕ ਹੈ। ਤੇ ਪ੍ਰੈਸ਼ਰ ਹੋਊਗਾ 1 ਐਟਮੋਸਫੇਰਿਕ, ਪ੍ਰੈਸ਼ਰ ਹੋਊਗਾ 1 ਐਟਮੋਸਫੇਰਿਕ। ਸੁਣ ਲਓ ਧਿਆਨ ਨਾਲ, ਇੱਕ ਪਰਫੈਕਟ ਬਲੈਕ ਬੋਡੀ ਲੈ ਲਓ ਜਿਹਦਾ ਏਰੀਆ ਇੰਨਾ ਹੋਵੇ, ਜਿਹਦਾ ਟੈਂਪਰੇਚਰ ਸੇਮ ਹੋਵੇ ਕਿਹਦੇ ਨਾਲ, ਮੈਲਟਿੰਗ ਪੁਆਇੰਟ ਆਫ ਪਲੈਟੀਨਮ ਦੇ ਨਾਲ, ਤੇ ਪ੍ਰੈਸ਼ਰ ਕਿੰਨਾ ਹੋਵੇ 1 atm, ਠੀਕ ਹੈ। ਜਿੰਨੀ ਆਹ ਪਰਫੈਕਟ ਬਲੈਕ ਬੋਡੀ ਲਾਈਟ ਇਮਿਟ ਕਰੂਗੀ, ਠੀਕ ਹੈ, ਉਹ ਲਾਈਟ ਇਮਿਟ ਨੂੰ ਕੀ ਬੋਲਦੇ ਆ ਆਪਾਂ, ਕੈਂਡੇਲਾ ਬੋਲਦੇ ਆ। ਕਿਆ ਬੋਲਦੇ ਆ ਆਪਾਂ, ਕੈਂਡੇਲਾ। ਕੈਂਡੇਲਾ। ਕੰਡੀਸ਼ਨ ਸਮਝ ਲਓ, ਪਰਫੈਕਟ ਬਲੈਕ ਬੋਡੀ ਦਾ ਇੰਨਾ ਏਰੀਆ ਹੋਣਾ ਚਾਹੀਦਾ, ਟੈਂਪਰੇਚਰ ਸੇਮ ਹੋਣਾ ਚਾਹੀਦਾ ਪਲੈਟੀਨਮ ਦੇ ਨਾਲ, ਪ੍ਰੈਸ਼ਰ ਕਿੰਨਾ ਹੋਣਾ ਚਾਹੀਦਾ 1 atm। ਜਦੋਂ ਆ ਸਭ ਕੁਝ ਹੋਊਗਾ ਤੇ ਆ ਬੋਡੀ ਲਾਈਟ ਨੂੰ ਇਮਿਟ ਕਰੂਗੀ ਤਾਂ ਉਹ ਲਾਈਟ ਨੂੰ ਕੀ ਬੋਲਾਂਗੇ ਆਪਾਂ, 1 ਕੈਂਡੇਲਾ। ਕੈਂਡੇਲਾ। ਲੱਗ ਗਿਆ ਪਤਾ ਦਵਿੰਦਰ? ਯੈਸ ਸਰ। ਚਲੋ ਵੀ ਕੈਂਡੇਲਾ ਸਮਝਾਓ ਕਿਆ ਹੁੰਦਾ। ਜਦ ਸਰ ਇੱਕ ਪਰਫੈਕਟ ਬਲੈਕ ਬੋਡੀ ਲਵਾਂਗੇ ਜਿਹਦਾ ਆਪਾਂ ਜਿਹਨੂੰ 1/60,000 ਮੀਟਰ ਸਕੁਅਰ ਆਪਾਂ ਏਰੀਆ ਉਹਦਾ ਲਵਾਂਗੇ ਹਾਂਜੀ, ਤੇ ਟੈਂਪਰੇਚਰ ਜਿਹੜਾ ਸੇਮ ਹੋਊਗਾ ਮੈਲਟਿੰਗ ਪੁਆਇੰਟ ਦੇ, ਮੈਲਟਿੰਗ ਪੁਆਇੰਟ ਆਫ ਪਲੈਟੀਨਮ ਦੇ, ਪ੍ਰੈਸ਼ਰ ਕਿਹਦੇ ਇਕੁਅਲ ਹੋਊਗਾ, ਹਾਂਜੀ, 1 atm ਦੇ। 1 ਐਟਮ। ਪ੍ਰੈਸ਼ਰ 1 atm ਦੇ ਇਕੁਅਲ ਹੋਊਗਾ, ਤੇ ਜਿੰਨੀ ਆਹ ਲਾਈਟ ਇਮਿਟ ਕਰੂਗੀ ਉਹ 1 ਕੈਂਡੇਲਾ ਦੇ ਇਕੁਅਲ ਹੋਊਗਾ। ਵੈਰੀ ਗੁੱਡ, ਲੱਗ ਗਿਆ ਪਤਾ ਸਭ ਨੂੰ? ਸਾਰੀਆਂ Yes, sir. ਡੈਫੀਨੇਸ਼ਨਸ ਕਲੀਅਰ ਹੋ ਗਈਆਂ ਅੰਸ਼ਿਕਾ? ਹਾਂਜੀ। ਹਾਂਜੀ ਹੋ ਗਈ ਸਰ। ਚਲੋ ਵੀ ਕਿਸੇ ਦਿਨ ਟੈਸਟ ਵੀ ਦੇ ਦਿਓ ਦਵਿੰਦਰ। ਹੈਲੋ ਸਰ, ਜਦ ਮਰਜੀ। ਚਲੋ ਇਹ ਕਰੋ, ਪਰਸੋਂ ਰੱਖ ਲਈਏ ਟੈਸਟ। ਹਾਂਜੀ ਸਰ। ਹਾਂਜੀ ਫਸਟ ਚੈਪਟਰ ਦਾ ਦੇ ਦਿਓ, ਫਿਜ਼ੀਕਲ ਵਰਡ ਦਾ, ਫਿਜ਼ੀਕਲ ਵਰਡ। ਠੀਕ ਹੈ। ਓਕੇ ਸਰ। ਓਕੇ ਸਰ। ਉਹਨੂੰ ਵੀ ਬਈ ਆਵੇ ਨੂੰ ਕਹਿ ਦਿਓ ਕਲਾਸ ਲਾ ਲਿਆ ਕਰੇ ਦਵਿੰਦਰ। ਪਰ ਉਹ ਫੋਨ ਹੀ ਨਹੀਂ ਚੱਕਦਾ, ਕਮਾਲ ਚੋ ਆ। ਕਰਕੇ ਧਰ ਦਿੰਦਾ, ਇੰਸਟਾਗ੍ਰਾਮ ਚਲਾਉਂਦਾ ਰਹਿੰਦਾ ਉਹ। ਉਹਨੂੰ ਦੱਸ ਦਿਓ ਪੁੱਤ ਨੌਨ ਮੈਡੀਕਲ ਲਿੱਤੀ ਹੈ, ਆਰਟਸ ਨਹੀਂ। ਉਹੀ ਤਾਂ ਗੱਲ ਸਰ, ਚੱਕ ਫੋਨ ਨਹੀਂ ਚੱਕਦਾ, ਉਹਨੂੰ ਕੀਤਾ ਸੀ ਇੱਕ ਦਿਨ। ਹੂੰ।